हाँ जी, गुड मॉर्निंग स्टूडेंट्स। वेलकम बैक टू कोर्स ऑफ कम्युनिकेशन सिस्टम। ਆਪਾਂ ਸੈਟਲਾਈਟ ਕਮਿਊਨੀਕੇਸ਼ਨ ਡਿਸਕਸ ਕਰ ਰਹੇ ਸੀਗੇ। ਸੋ ਲਾਸਟ ਟਾਈਮ ਵੀ ਡਿਸਕਸ ਅਬਾਊਟ ਬਲੌਕ ਡਾਇਗਰਾਮ ਆਫ ਸੈਟਲਾਈਟ ਕਮਿਊਨੀਕੇਸ਼ਨ। ਠੀਕ ਹੈ, ਬਲੌਕ ਡਾਇਗਰਾਮ ਜਿਹੜਾ ਆਪਾਂ ਡਿਸਕਸ ਕੀਤਾ ਸੀ ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਬਲੌਕ ਸੀ ਉਹ ਕੀ ਹੈ? ਯੂਜ਼ਰ। ਯੂਜ਼ਰ ਮਤਲਬ ਜਿਹੜੇ ਵੀ ਉਹਦੀ ਐਪਲੀਕੇਸ਼ਨ ਨੂੰ ਯੂਜ਼ ਕਰਦੇ ਨੇ। ਠੀਕ ਹੈ, ਉਸ ਤੋਂ ਬਾਅਦ ਟੈਰੇਸਟਰੀਅਲ ਸਿਸਟਮ ਆਉਂਦਾ। ਟੈਰੇਸਟਰੀਅਲ ਸਿਸਟਮ ਤੋਂ ਬਾਅਦ ਅਰਥ ਸਟੇਸ਼ਨ ਤੋਂ ਬਾਅਦ ਸੈਟਲਾਈਟ, ਫਿਰ ਰਿਸੀਵਰ ਵਾਲੇ ਪਾਸੇ ਵੀ ਸੇਮ अर्थ स्टेशन, फिर टेरेस्टेरियल सिस्टम ਤੇ ਫਿਰ ਯੂਜ਼ਰ। ਠੀਕ ਹੈ, ਆ ਸੀਗਾ ਬਲੌਕ ਡਾਇਗਰਾਮ ਸੈਟਲਾਈਟ ਕਮਿਊਨੀਕੇਸ਼ਨ ਦਾ। ਤੇ ਆ ਇੱਕ ਐਗਜ਼ਾਮਪਲ ਹੈ, ਦੇਖੋ ਜਿਹਦਾ ਅਰਥ ਸਟੇਸ਼ਨ ਦੇ ਅਰਥ ਸਟੇਸ਼ਨ ਜਿਹੜਾ ਸੈਟਲਾਈਟ ਦੇ ਨਾਲ ਕਮਿਊਨੀਕੇਟ ਕਰਦਾ ਹੈ। ਠੀਕ ਹੈ, ਇੰਨੀ ਵੱਡੀ ਵੱਡੀ ਮਤਲਬ ਡਿਸ਼ਿਸ ਦੀ ਕਹ ਲਓ ਐਂਟੀਨਾ ਦੀ ਜ਼ਰੂਰਤ ਪੈਂਦੀ ਹੈ ਜੇ ਆਪਾਂ ਬਹੁਤ ਹਾਈ ਪਾਵਰ ਦੇ ਵਿੱਚ ਜਿਹੜਾ ਸਿਗਨਲ ਜਿਹੜਾ ਹੈਗਾ ਆ ਟ੍ਰਾਂਸਫਰ ਕਰਨਾ ਹੋਵੇ। ਆ ਇੱਕ ਐਗਜ਼ਾਮਪਲ ਹੈ ਟਿਪੀਕਲ ਗਰਾਊਂਡ ਸਟੇਸ਼ਨ ਦੀ। ਠੀਕ ਹੈ ਜੀ, ਅੱਜ ਦੀ ਆਪਣਾ ਵੈਸੇ ਆਪਾਂ ਸਟਾਰਟ ਕਰਾਂਗੇ। ਇੱਕ ਵਾਰ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ, ਪਰ ਫਿਰ ਵੀ ਚਲੋ ਦੁਬਾਰਾ ਇੱਕ ਵਾਰ ਡਿਸਕਸ ਕਰ ਲੈਂਦੇ ਹਾਂ ਕਿ ਸੈਟੇਲਾਈਟ ਹੈ ਕੀ। ਠੀਕ ਹੈ, ਤੇ ਸੈਟੇਲਾਈਟਸ ਦੀ ਟਾਈਪਸ ਕਿੰਨੀਆਂ ਨੇ। ਠੀਕ ਹੈ, ਸੈਟੇਲਾਈਟ ਠੀਕ ਹੈ, ਸੈਟੇਲਾइट की है वो चीज़ जो कि करे ऐसा धरती है सपोज करो। ठीक है, सैटेलाइट वो चीज़ है जो कि करे धरती के आले दुआले कोई भी हैवी बॉडी जो कि करे धरती के आले दुआले चक्कर लगावे। ठीक है, सैटेलाइट दो तरीके की हो सकती है। पहला तो नैचुरल, एक आ जाऊगा आर्टिफिशियल। ठीक है, नैचुरल सैटेलाइट जी धरती की है वो की है फिर इको ही है। किहड़ी है नैचुरल, किहड़ी है सानू पता है मून। ठीक है, बाकी जिन्नी भी धरती की सैटेलाइट्स ने वो की आर्टिफिशियल। आर्टिफिशियल सैटेलाइट्स फिर अगे दो कैटेगरी ਦੇ ਵਿੱਚ ਡਿਵਾਈਡ ਹੋ ਜਾਂਦੇ ਆ। ਇੱਕ ਹੁੰਦੀਆਂ ਜੀ ਐਕਟਿਵ ਸੈਟੇਲਾਈਟਸ, ਐਕਟਿਵ। ਇੱਕ ਹੁੰਦੀਆਂ ਪੈਸਿਵ ਸੈਟੇਲਾਈਟਸ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਪੈਸਿਵ ਸੈਟੇਲਾਈਟਸ ਉਹ ਸੈਟੇਲਾਈਟ ਹੈ ਜੋ ਕਿ ਕਰਨ ਜਿੱਦਾਂ ਇਹ ਸਪੋਜ਼ ਕਰੋ ਸਟੇਸ਼ਨ ਹੈ, ਗਰਾਊਂਡ ਸਟੇਸ਼ਨ, ਟਰਾਂਸਮਿਟਰ, ਰਿਸੀਵਰ, ਆਹ ਸੈਟੇਲਾਈਟ ਹੈ। ठीक है, ट्रांसमीटर ने सैटेलाइट में भेजना, सैटेलाइट ने बाद चो रिसीवर। ਜੇ ਤਾਂ ਜਿਹੜਾ ਸੈਟੇਲਾਈਟ ਹੈ ਜੋ ਜੋ ਸਿਗਨਲ ਮਿਲਦਾ ਉਹਨੂੰ ਸਿਰਫ ਵਾਪਸ ਧਰਤੀ ਨੂੰ ਭੇਜ ਦਿੰਦੀ ਹੈ, ਕੁਝ ਵੀ ਉਹਨੂੰ ਚੇਂਜ ਨਹੀਂ ਕਰਦੀ ਉਹਦੇ ਉੱਤੇ, ਤਾਂ ਉਹ ਹੋ ਜਾਂਦੀ ਹੈ ਪੈਸਿਵ ਸੈਟੇਲਾਈਟਸ। ਉਹਨੂੰ ਆਪਾਂ ਕਹਿ ਦਾਂਗੇ ਪੈਸਿਵ ਸੈਟੇਲਾਈਟ। ਤੇ ਜਿਹੜੀ ਸੈਟੇਲਾਈਟ ਜੇ ਸਿਗਨਲ ਰਿਸੀਵ ਕਰੇ ਉਹਨੂੰ ਐਂਪਲੀਫਾਈ ਕਰੇ, ਠੀਕ ਹੈ, ਜਾਂ ਉਹਨੂੰ ਉਹਦੀ ਫ੍ਰੀਕੁਐਂਸੀ ਚੇਂਜ ਕਰ ਦੇਵੇ, ਉਹ ਵਾਲੀ ਜਿੰਨੀ ਵੀ ਸੈਟੇਲਾਈਟਸ ਹੋ ਜਾਂਦੀਆਂ ਸਾਡੀਆਂ ਹੋ ਜਾਂਦੀਆਂ ਐਕਟਿਵ ਸੈਟੇਲਾਈਟ। ਠੀਕ ਹੈ, ਮੋਸਟਲੀ ਜਿੰਨੀ ਵੀ ਆਪਣੀ ਸੈਟੇਲਾਈਟਸ ਹੁੰਦੀਆਂ ਵੈਸੇ ਉਹ ਐਕਟਿਵ ਸੈਟੇਲਾਈਟ ਹੀ ਹੁੰਦੀਆਂ ਕਿਉਂਕਿ ਸਿਗਨਲ ਨੂੰ ਬੂਸਟ ਕਰਦੀਆਂ, ਉਹਨੂੰ ਡਾਊਨ ਕਨਵਰਟ ਵੀ ਕਰਦੀਆਂ। ਠੀਕ ਹੈ, ਇਹ ਤਾਂ ਆ ਗਿਆ ਆਪਣਾ ਟਾਈਪਸ ਆਫ ਸੈਟੇਲਾਈਟ ਜਿਹੜਾ ਆਪਾਂ ਡਿਸਕਸ ਕੀਤਾ ਸੀ। ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਜੀ ਐਪਲੀਕੇਸ਼ਨਸ, ਜੋ ਬਾਰ-ਬਾਰ ਆਉਂਦਾ ਹੈ, ਐਪਲੀਕੇਸ਼ਨਸ ਆਫ ਸੈਟੇਲਾਈਟ ਕਮਿਊਨੀਕੇਸ਼ਨ। ਠੀਕ ਹੈ, ਸਭ ਤੋਂ ਪਹਿਲਾ ਐਪਲੀਕੇਸ਼ਨ ਕੀ ਹੈ? ਵੈਦਰ ਫੋਰਕਾਸਟਿੰਗ। ਠੀਕ ਹੈ, ਵੈਦਰ ਫੋਰਕਾਸਟਿੰਗ ਮਤਲਬ ਕੀ ਹੈ? ਮੌਸਮ ਨੂੰ ਪ੍ਰਿਡਿਕਟ ਕਰਨਾ ਜਾਂ ਮੌਸਮ ਦੇ ਬਾਰੇ ਜਾਣਕਾਰੀ ਦੇਣਾ। ਠੀਕ ਹੈ, ਵਿਦਆਊਟ ਦਾ ਹੈਲਪ ਆਫ ਸੈਟੇਲਾਈਟਸ ਵੀ ਕੈਨ ਨਾਟ ਪ੍ਰਿਡਿਕਟ ਵੈਦਰ। ਠੀਕ ਹੈ, ਸੈਟੇਲਾਈਟ ਤੋਂ ਜਿੱਦਾਂ ਅੱਜ ਕੱਲ੍ਹ ਪਹਿਲੇ ਦੱਸ ਦਿੰਦੇ ਜੀ 4 ਦਿਨ ਪਹਿਲਾਂ ਤੂਫਾਨ ਆਉਣ ਵਾਲਾ ਹੈ। ਠੀਕ ਹੈ, ਜਾਂ ਸਾਈਕਲੋਨ ਆ ਰਿਹਾ ਜਾਂ ਕੋਈ ਬਾਰਿਸ਼ ਹੋਵੇਗੀ, ਇਹ ਕਿੱਦਾਂ ਪਤਾ ਚੱਲਦਾ? ਅੱਜ ਕੱਲ੍ਹ ਥੋੜੇ ਮੋਬਾਈਲ ਦੇ ਉੱਤੇ 7-7 ਜਾਂ 15-15 ਦਿਨ ਪਹਿਲੇ ਦੀ ਵੈਦਰ ਫੋਰਕਾਸਟ ਹੋ ਜਾਂਦਾ। ਠੀਕ ਹੈ, ਉਹ ਸੈਟੇਲਾਈਟਸ ਦੀ ਹੈਲਪ ਦੇ ਨਾਲ ਹੀ ਪੋਸੀਬਲ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਜੀ ਸੈਕਿੰਡ ਹੈ ਰੇਡੀਓ ਐਂਡ ਮੋਬਾਈਲ ਟੀਵੀ ਬ੍ਰੌਡਕਾਸਟ। ਸਾਨੂੰ ਪਤਾ ਹੈ ਕਿ ਜਿੰਨਾ ਵੀ ਟੀਵੀ ਬ੍ਰੌਡਕਾਸਟਿੰਗ ਹੈ ਜਾਂ ਰੇਡੀਓ ਬ੍ਰੌਡਕਾਸਟਿੰਗ ਉਹ ਆਪਾਂ ਸੈਟੇਲਾਈਟ ਦੇ ਥਰੂ ਚੱਲ ਸਕਦੇ ਆ। ਅੱਜ ਕੱਲ੍ਹ ਤਾਂ ਲੋਕਾਂ ਦੇ ਘਰਾਂ 'ਚ DTH ਵੀ ਲੱਗਿਆ ਹੋਇਆ ਹੈ। DTH ਮਤਲਬ ਡਾਇਰੈਕਟ ਟੂ ਹੋਮ। ਠੀਕ ਹੈ, ਡਾਇਰੈਕਟ ਟੂ ਹੋਮ ਯੂਜ਼ ਹੁੰਦਾ ਹੈ, DTH ਯੂਜ਼ ਹੁੰਦਾ ਹੈ, ਜੋ ਰੇਡੀਓ ਤੇ ਟੀਵੀ ਸੈਟੇਲਾਈਟਸ ਆਪਾਂ ਇਸ ਯੂਜ਼ ਕਰਕੇ ਇਸ ਤਰੀਕੇ ਨਾਲ ਰੇਡੀਓ ਤੇ ਟੀਵੀ ਦੇਖ ਸਕਦੇ ਹਾਂ। ਮਿਲਟਰੀ ਸੈਟੇਲਾਈਟਸ, ਤੁਹਾਨੂੰ ਅੱਗੇ ਵੀ ਮੈਂ ਦੱਸਿਆ ਸੀ ਕਿ ਮੇਨ ਪਰਪਸ ਕੀ ਹੈ? ਮਿਲਟਰੀ ਸੈਟੇਲਾਈਟ ਦਾ ਮੇਨ ਪਰਪਸ ਕੀ ਹੈ? ਜਾਸੂਸੀ ਕਰਨਾ, ਸਪਾਈ ਐਕਟੀਵਿਟੀਜ਼। ਠੀਕ ਹੈ, ਤੇ
ਮਿਲਟਰੀ ਦੇਖੋ, ਮਿਲਟਰੀ ਦੇ ਵਿੱਚ ਮੋਸਟਲੀ ਕਮਿਊਨੀਕੇਸ਼ਨ ਉਹ ਸੈਟੇਲਾਈਟ ਦੇ ਥਰੂ ਪ੍ਰੈਫਰ ਕਰਦੇ ਨੇ, ਕਿਉਂਕਿ ਜਿਹੜੀ ਜੋ ਸਪੋਜ਼ ਕਰੋ ਲੜਾਈ ਚੱਲ ਰਹੀ ਆ, ਠੀਕ ਹੈ, ਦੋ ਕੰਟਰੀਜ਼ ਦੇ ਵਿੱਚ ਲੜਾਈ ਚੱਲ ਰਹੀ ਹੈ। ਦੇਖੋ ਧਰਤੀ ਦੇ ਉੱਤੇ ਦਾ ਅਰਥ ਦੇ ਉੱਤੇ ਜਿੰਨਾ ਵੀ ਇਨਫਰਾਸਟ੍ਰਕਚਰ ਹੋਊਗਾ, ਜਾਂ ਟਾਵਰਸ ਲੱਗੇ ਹੋਏ ਨੇ, ਕੁਝ ਲੱਗੇ ਹੋਏ ਨੇ, ਉਹ ਤਾਂ ਲੜਾਈ ਦੇ ਵਿੱਚ ਇਦਾਂ ਹੋ ਸਕਦਾ ਕਿ ਦੁਸ਼ਮਣ ਕੰਟਰੀ ਉਹਨੂੰ ਡੈਮੇਜ ਕਰ ਦੇਵੇ, ਠੀਕ ਹੈ, ਆਪਣੇ ਫਾਈਟਰ ਪਲੇਨਸ ਭੇਜ ਕੇ ਉਹਨੂੰ ਡਿਸਟਰੋਏ ਕਰ ਦੇ। ਪਰ ਸੈਟੇਲਾਈਟ ਨੂੰ ਡਿਸਟਰੋਏ ਕਰਨਾ ਕਾਫੀ ਮੁਸ਼ਕਿਲ ਹੈ। ਸੈਟੇਲਾਈਟ ਕਿਉਂਕਿ ਧਰਤੀ ਤੋਂ ਬਹੁਤ ਉੱਤੇ ਨੇ ਆਰਬਿਟ ਤੇ, ਉਹਨੂੰ ਵੀ ਡਿਸਟਰੋਏ ਕਰ ਸਕਦੇ ਆ, ਠੀਕ ਹੈ। ਪਰ ਉਹਦੀ ਜਿਹੜੀ ਸੈਟੇਲਾਈਟਸ ਨੂੰ ਗਿਰਾਉਣ ਦੀ ਜਿਹੜੀ ਕੈਪੇਬਿਲਿਟੀ ਹੈ, ਉਹ ਸਿਰਫ ਕੁਝ ਹੀ ਦੇਸ਼ਾਂ ਕੋਲ ਹੈ। ਸਿਰਫ ਦੋ ਜਾਂ ਤਿੰਨ ਦੇਸ਼ ਨੇ ਜਿਨ੍ਹਾਂ ਕੋ ਐਬਿਲਿਟੀ ਹੈਗੀ ਆ, ਪਾਵਰ ਹੈਗੀ ਹੈ, ਕਿ ਉਹ ਧਰਤੀ ਤੋਂ ਹੀ ਸੈਟੇਲਾਈਟ ਨੂੰ ਥੱਲੇ ਸਿੱਟ ਦੇਣ, ਠੀਕ ਹੈ, ਮਾਰ ਗਿਰਾਣ। ਉਹਨਾਂ ਚੋਂ ਇੱਕ ਹੈ USA ਆਫ ਕੋਰਸ, ਦੂਸਰਾ ਚਾਈਨਾ, ਤੇ ਤੀਸਰਾ ਇੰਡੀਆ, ਠੀਕ ਹੈ। ਇੰਡੀਆ ਨੇ ਮੇਰੇ ਖਿਆਲ 1-2 ਸਾਲ ਪਹਿਲਾਂ ਹੀ ਇਹ ਵਾਲੀ ਜਿਹੜੀ ਟੈਕਨੋਲੋਜੀ ਦਾ ਸਕਸੈਸਫੁਲੀ ਟੈਸਟ ਕੀਤਾ ਸੀ। ਤੇ ਉਹਨਾਂ ਨੇ ਇੰਡੀਆ ਨੇ ਕੀ ਕੀਤਾ ਸੀ, ਜਿਹੜੀ ਸੈਟੇਲਾਈਟ ਉੱਤੇ ਸੀਗੀ ਉਹ ਥੱਲੇ ਉਹਨੂੰ ਮਾਰ ਗਿਰਾਇਆ ਸੀਗਾ, ਠੀਕ ਹੈ। ਉਸ ਤੋਂ ਅਗਲਾ ਜਿਹੜਾ ਆਪਣਾ ਮੇਨ ਸੈਟੇਲਾਈਟ ਕਮਿਊਨੀਕੇਸ਼ਨ ਦੇ ਲਈ ਜਿਹੜਾ ਯੂਜ਼ ਹੁੰਦਾ ਨੇ, ਉਹ ਕੀ ਹੈ, ਨੈਵੀਗੇਸ਼ਨ ਦੇ ਲਈ, ਠੀਕ ਹੈ। ਦੇਖੋ ਜਿਹੜਾ GPS ਪਹਿਲਾਂ ਡਿਵੈਲਪ ਕੀਤਾ ਗਿਆ ਸੀ, ਉਹ ਮਿਲਟਰੀ ਯੂਜ਼ ਦੇ ਲਈ ਡਿਵੈਲਪ ਕੀਤਾ ਗਿਆ ਸੀ, ਪਰ ਹੌਲੀ ਹੌਲੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਹੈ, ਨੈਵੀਗੇਸ਼ਨ ਦੇ ਲਈ GPS ਯੂਜ਼ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਮੋਬਾਈਲ ਕਮਿਊਨੀਕੇਸ਼ਨ, ਇਹ ਵੀ ਤੁਹਾਨੂੰ ਪਤਾ ਹੀ ਹੈ, ਜਿੱਦਾਂ ਕਿ ਸੈਟੇਲਾਈਟ ਦੇ ਥਰੂ ਵੀ ਆਪਾਂ ਕਾਲਿੰਗ ਕਰ ਸਕਦੇ ਹਾਂ, ਠੀਕ ਹੈ। ਤੇ ਮੋਬਾਈਲ ਕਮਿਊਨੀਕੇਸ਼ਨ ਲਈ ਵੀ ਸੈਟੇਲਾਈਟ ਜਿਹੜਾ ਹੈਗਾ ਆ ਯੂਜ਼ ਹੁੰਦਾ ਹੈ। ਉਸ ਤੋਂ ਬਾਅਦ ਆ ਗਿਆ ਐਡਵਾਂਟੇजेस ਆਫ ਸੈਟੇਲਾਈਟ ਕਮਿਊਨੀਕੇਸ਼ਨ, ਕਿ ਸੈਟੇਲਾਈਟ ਕਮਿਊਨੀਕੇਸ਼ਨ ਦੀ ਐਡਵਾਂਟੇजेस ਕੀ ਨੇ, ਠੀਕ ਹੈ। ਸੈਟੇਲਾਈਟ ਪ੍ਰੋਵਾਈਡਸ ਲਾਰਜ ਕਵਰ ਅਵਰ ਜਿਓਗ੍ਰਾਫਿਕਲ ਏਰੀਆ, ਇਹ ਕਵਰੇਜ ਏਰੀਆ ਬਹੁਤ ਜ਼ਿਆਦਾ ਹੈ ਸੈਟੇਲਾਈਟਸ ਦਾ, ਠੀਕ ਹੈ। ਤੁਹਾਨੂੰ ਮੈਂ ਅੱਗੇ ਵੀ ਇੱਕ ਗੱਲ ਦੱਸੀ ਸੀ ਕਿ 3 ਸੈਟੇਲਾਈਟ ਯੂਜ਼ ਕਰਕੇ ਹੀ ਆਪਾਂ ਜਿਹੜੇ ਜੀਓ ਸਿੰਕਰੋਨਸ ਸੈਟੇਲਾਈਟ ਯੂਜ਼ ਕਰਕੇ ਆਪਾਂ ਕੀ ਕਰ ਸਕਦੇ ਹਾਂ, ਪੂਰੇ ਧਰਤੀ ਨੂੰ ਕਵਰ ਕਰ ਸਕਦੇ ਹਾਂ, ਠੀਕ ਹੈ। ਐਗਜ਼ਾਮਪਲ ਦੇਖੋ, ਇਹ ਸਾਡੀ ਅਰਥ ਹੈ, ਠੀਕ ਹੈ। ਇਹ 3 ਸਟੇਸ਼ਨਰੀ ਜੀਓ ਸਟੇਸ਼ਨਰੀ ਸੈਟੇਲਾਈਟ ਹੈ, ਇੱਕ ਇਹ, ਇੱਕ ਇਹ, ਤੇ ਇੱਕ ਇਹ ਤਿੰਨ ਤਿੰਨ ਸੈਟੇਲਾਈਟ ਯੂਜ਼ ਕਰਕੇ ਦੇਖੋ ਪੂਰੀ ਦੀ ਪੂਰੀ ਕੀ ਕਰ ਸਕਦੇ ਆ, ਆਪਾਂ ਧਰਤੀ ਨੂੰ ਕੀ ਕਰ ਸਕਦੇ ਆ, ਕਵਰ ਕਰ ਸਕਦੇ ਹਾਂ, ਠੀਕ ਹੈ। ਤੇ ਉਹੀ ਆਪਾਂ ਗੱਲ ਡਿਸਕਸ ਵੀ ਕੀਤਾ ਸੀ ਕਿ ਇਹੀ ਜੇ ਆਪਾਂ ਮੋਬਾਈਲ ਟਾਵਰਸ ਦੇ ਨਾਲ ਇੱਕ ਸ਼ਹਿਰ ਹੀ ਕਵਰ ਕਰਨਾ ਹੋਵੇ, ਤਾਂ ਘੱਟ ਤੋਂ ਘੱਟ 1000 ਮੋਬਾਈਲ ਟਾਵਰ ਇੱਕ ਸ਼ਹਿਰ ਨੂੰ ਕਵਰ ਕਰਨ 'ਚ ਹੀ ਲੱਗ ਜਾਂਦੇ ਨੇ। ਤੇ ਦੂਸਰੇ ਪਾਸੇ ਦੇਖੋ ਕਿ 3 ਸੈਟੇਲਾਈਟ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਪੂਰੇ ਦੇ ਪੂਰੀ ਧਰਤੀ ਨੂੰ ਕਵਰ ਕਰ ਸਕਦੇ। ਉਸ ਤੋਂ ਬਾਅਦ ਆਪਣਾ ਆਇਆ ਸੀ ਜੀ ਵਾਇਰਲੈਸ ਐਂਡ ਮੋਬਾਈਲ ਕਮਿਊਨੀਕੇਸ਼ਨ, ਆਪਾਂ ਡਿਸਕਸ ਕਰ ਹੀ ਲਿਆ ਕਿ ਵਾਇਰਲੈਸ ਤੇ ਮੋਬਾਈਲ ਕਮਿਊਨੀਕੇਸ਼ਨ ਵੀ ਜਿਹੜੇ ਹੈਗੇ ਨੇ, ਆਪਾਂ ਸੈਟੇਲਾਈਟ ਕਮਿਊਨੀਕੇਸ਼ਨ ਦੇ ਥਰੂ ਜਿਹੜਾ ਹੈਗਾ ਆ ਡਿਟੈਕਟ ਕਰ ਸਕਦੇ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਸੈਟੇਲਾਈਟ ਕਮਿਊਨੀਕੇਸ਼ਨ ਇਜ਼ ਹਾਈਲੀ ਸਿਕਿਉਰ ਐਸ ਸਿਕਿਉਰਿਟੀ ਇਜ਼ ਯੂਜ਼ਲੀ ਪ੍ਰੋਵਾਈਡਡ ਬਾਈ ਦਾ ਕੋਡਿੰਗ ਐਂਡ ਡੀਕੋਡਿੰਗ ਇਕਵਿਪਮੈਂਟ। ਸਿਕਿਉਰਿਟੀ ਬਹੁਤ ਹਾਈ, ਜਿਹੜੇ ਹਾਈ ਹੈ ਜੋ ਵੀ ਕਮਿਊਨੀਕੇਸ਼ਨ ਹੁੰਦਾ। ਦੇਖੋ ਸਪੋਜ਼ ਕਰੋ ਜਿੱਦਾਂ ਹੁਣ ਤਾਂ ਜਦੋਂ ਲੈਂਡਲਾਈਨ ਨਹੀਂ ਸੀ ਯੂਜ਼ ਹੁੰਦੇ, ਜਦੋਂ ਲੈਂਡਲਾਈਨ ਯੂਜ਼ ਹੁੰਦੇ ਸੀ, ਉਹਨੂੰ ਕੀ ਕਰ ਲੈਂਦੇ ਸੀਗੇ, ਹੈਕ ਕਰਨਾ, ਜਿੱਦਾਂ ਇੱਕ ਦੂਸਰੇ ਦੀ ਕਾਲਿੰਗ ਸੁਣਨਾ, ਉਹ ਬੜਾ ਈਜ਼ੀ ਹੁੰਦਾ ਲੈਂਡਲਾਈਨ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਵੀ, ਠੀਕ ਹੈ। ਪਰ ਸੈਟੇਲਾਈਟ ਦੇ ਵਿੱਚ ਸਿਕਿਉਰਿਟੀ ਬਹੁਤ ਹਾਈ ਹੈ, ਸੈਟੇਲਾਈਟ ਨਾਲ ਜਿੰਨਾ ਵੀ ਕਮਿਊਨੀਕੇਸ਼ਨ ਹੋ ਰਿਹਾ, ਠੀਕ ਹੈ, ਹਾਈ ਸਿਕਿਉਰਿਟੀ ਹੈ, ਕਿਉਂਕਿ ਜਿਹੜੀ ਸੈਟੇਲਾਈਟ ਕਮਿਊਨੀਕੇਸ਼ਨ ਦੇ ਵਿੱਚ ਕੋਡਿੰਗ ਤੇ ਡੀਕੋਡਿੰਗ ਕੀਤੀ ਜਾਂਦੀ ਹੈ, ਉਹ ਬੜੀ ਟਫ ਹੈ, ਮਤਲਬ ਉਹਨੂੰ ਹੈਕ ਕਰਨਾ, ਠੀਕ ਹੈ। ਉਸ ਤੋਂ ਬਾਅਦ ਸਰਵਿਸ ਫਰੋਮ ਵਨ ਸਿੰਗਲ ਪ੍ਰੋਵਾਈਡਰ ਈਜ਼ੀ ਟੂ obtain a uniform services available, ਠੀਕ ਹੈ। ਉਹ ਜਿੱਦਾਂ ਏਅਰਟੈਲ ਨੇ ਆਪਣੇ ਦਾ ਸੈਟੇਲਾਈਟ ਜਿਹੜਾ DTH ਸਿਸਟਮ ਹੈ, ਸਪੋਜ਼ ਕਰੋ ਡਾਇਰੈਕਟ ਟੂ ਹੋਮ ਹੈ, ਉਹ ਸੈਟੇਲਾਈਟ ਦੇ ਥਰੂ ਚੱਲ ਰਿਹਾ। ਉਹਨਾਂ ਦਾ ਆਪਣਾ ਇੱਕ ਮੇਨ ਸਟੇਸ਼ਨ ਹੈ ਦਿੱਲੀ ਤੇ, ਦਿੱਲੀ ਤੋਂ ਜਿਹੜੀ ਸਾਰੀ ਕਵਰੇਜ ਹੈ ਉਹ ਅੱਗੇ ਜਿਹੜੀ ਹੈਗੀ ਆ ਪ੍ਰੋਵਾਈਡ ਕਰ ਰਹੇ ਨੇ, ਠੀਕ ਹੈ। ਫਿਰ ਤੁਹਾਨੂੰ ਕਿਹਾ ਕਿ ਅਵਰ ਲੌਂਗ ਡਿਸਟੈਂਸ ਇਟ ਕੈਨ ਬੀ ਚੀਪਰ। ਸੈਟੇਲਾਈਟ ਕਮਿਊਨੀਕੇਸ਼ਨ ਕੀ ਹੈ, ਚੀਪਰ ਵੀ ਹੈ, ਸਸਤਾ ਵੀ ਹੈ। ਕਿਉਂ ਸਸਤਾ ਹੈ? ਕਿਉਂਕਿ 3 ਸੈਟੇਲਾਈਟ ਦੇ ਨਾਲ ਹੀ ਆਪਾਂ ਪੂਰੇ ਦਾ ਪੂਰਾ ਧਰਤੀ ਨੂੰ ਕੀ ਕਰ ਸਕਦੇ ਹਾਂ, ਕਵਰੇਜ ਕਰ ਸਕਦੇ ਹਾਂ, ਠੀਕ ਹੈ। ਫਿਰ ਸੈਟੇਲਾਈਟ ਕਮਿਊਨੀਕੇਸ਼ਨ ਜਿਹੜਾ ਹੈਗਾ ਆ, ਜਦੋਂ ਨੈਚੁਰਲ ਡਿਜ਼ਾਸਟਰ ਵੀ ਚਾਹੇ ਆ ਜਾਣ, ਜਿੱਦਾਂ ਫਲੱਡ ਹੈ, ਅਰਥਕੁਏਕ ਹੈ, ਉਦੋਂ ਵੀ ਉਹ ਕੀ ਕਰਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ ਸੈਟੇਲਾਈਟ, ਠੀਕ ਹੈ। ਉਸ ਤੋਂ ਬਾਅਦ ਗਰਾਊਂਡ ਸਟੇਸ਼ਨ ਸਾਈਟਸ ਆਰ ਈਜ਼ੀ ਟੂ ਇੰਸਟਾਲ ਐਂਡ ਮੇਨਟੇਨ। ਜਿਹੜੇ ਗਰਾਊਂਡ ਸਟੇਸ਼ਨ ਹੈ, ਉਹਨਾਂ ਦੀ ਜਿਹੜੀ ਸਾਈਟਸ ਵੀ ਹੈ, ਉਹ ਈਜ਼ੀ ਹੈ ਇੰਸਟਾਲ ਕਰਨੀਆਂ ਤੇ ਮੇਨਟੇਨ ਕਰਨੀਆਂ। ਉਸ ਤੋਂ ਬਾਅਦ ਡਿਸਐਡਵਾਂਟੇजेस ਕੀ ਹੈ? ਦੇਖੋ ਭਾਵੇਂ ਸੈਟੇਲਾਈਟ ਉੱਦਾਂ ਸਸਤਾ ਪੈਂਦਾ ਕਿਉਂਕਿ 3 ਸੈਟੇਲਾਈਟ ਨਾਲ ਆਪਾਂ ਪੂਰੀ ਧਰਤੀ ਕਵਰ ਕਰ ਲੈਂਦੀ, ਪਰ ਦੇਖੋ ਸੈਟੇਲਾਈਟ ਬਣਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਉਹਨੂੰ ਡਿਜ਼ਾਈਨਿੰਗ ਦੇ ਵਿੱਚ, ਉਹਦੇ ਡਿਵੈਲਪਮੈਂਟ ਦੇ ਵਿੱਚ, ਠੀਕ ਹੈ, ਉਹਦੀ ਟੈਸਟਿੰਗ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਲੱਗਦੇ, ਇਨਵੈਸਟਮੈਂਟ ਬਹੁਤ ਲੱਗਦੀ, ਕਿਉਂਕਿ ਇੱਕ ਸੈਟੇਲਾਈਟ ਦੀ ਕੀਮਤ ਹਜ਼ਾਰਾਂ ਕਰੋੜਾਂ ਦੇ ਵਿੱਚ ਪੈਂਦੀ ਹੈ, ਠੀਕ ਹੈ।
ਉਸ ਤੋਂ ਬਾਅਦ ਲਾਰਜ ਡਿਲੇ, ਕਮਿਊਨੀਕੇਸ਼ਨ ਦੇ ਵਿੱਚ ਡਿਲੇ ਬਹੁਤ ਹੈ ਕਿਉਂਕਿ ਜਿਹੜਾ ਸਾਡਾ ਅਰਥ ਤੋਂ ਸੈਟੇਲਾਈਟ ਤੱਕ ਜਿਹੜਾ ਜੀਓ ਸਟੇਸ਼ਨਰੀ ਸੈਟੇਲਾਈਟ ਹੀ ਲੈ ਲਈਏ, ਉਹ 36,000 ਪੈ ਜਾਂਦਾ ਇੱਕ ਸਾਈਡ ਨੂੰ। ਧਰਤੀ ਤੋਂ ਗਿਆ ਸੈਟੇਲਾਈਟ ਤੱਕ 36,000, ਧਰਤੀ ਤੋਂ ਵਾਪਸ ਆਇਆ ਸੈਟੇਲਾਈਟ ਤੱਕ ਫਿਰ 36,000। ਟੋਟਲ ਕਿਲੋਮੀਟਰ ਕਿੰਨਾ ਹੋ ਗਿਆ? 72,000 ਕਿਲੋਮੀਟਰ ਨੂੰ ਟਰੈਵਲ ਕਰਨਾ ਪੈ ਰਿਹਾ ਸਿਗਨਲ ਨੂੰ। ਇਸ ਕਰਕੇ ਸਿਗਨਲ ਦੇ ਵਿੱਚ ਡਿਲੇ ਪੈਦਾ ਹੋ ਜਾਂਦਾ ਹੈ। ਸੈਟੇਲਾਈਟਸ ਆਰ ਨਾਟ ਈਜ਼ੀ ਟੂ ਰਿਪੇਅਰ ਐਂਡ ਮੇਨਟੇਨ। ਸੈਟੇਲਾਈਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ, ਕੁਝ ਉਹਦਾ ਪਾਰਟ ਕੰਮ ਕਰਨਾ ਬੰਦ ਕਰ ਗਿਆ, ਠੀਕ ਹੈ, ਜੋ ਅਗਰ ਧਰਤੀ ਦੇ ਉੱਤੇ ਕੋਈ ਚੀਜ਼ ਪਈ ਹੈ ਉਹ ਤਾਂ ਆਪਾਂ, ਤੁਸੀਂ ਕਹਿ ਸਕਦੇ ਹੋ ਕਿ ਬੰਦਾ ਭੇਜਿਆ, ਕੋਈ ਟਾਵਰ ਖਰਾਬ ਹੋ ਗਿਆ, ਚਲੋ 1 ਘੰਟੇ 2 ਘੰਟੇ ਚ ਠੀਕ ਕਰ ਦੇਵੇਗਾ, ਕੋਈ ਜ਼ਿਆਦਾ ਸਾਨੂੰ ਕੋਸਟ ਵੀ ਨਹੀਂ ਪਏਗੀ। ਪਰ ਸਪੋਜ਼ ਕਰੋ ਸੈਟੇਲਾਈਟ ਹੀ ਕੰਮ ਕਰਨਾ ਖਰਾਬ ਹੋ ਜਾਵੇ, ਉਹ 'ਚ ਕੁਝ ਪੁਰਜਾ ਖਰਾਬ ਹੋ ਜਾਵੇ, ਫਿਰ ਕੀ ਹੈ? ਸਭ ਤੋਂ ਪਹਿਲਾਂ ਤਾਂ ਜੀ ਸਾਨੂੰ ਇੱਕ ਤਾਂ ਰਿਪੇਅਰ ਕਰਨਾ ਪੋਸੀਬਲ ਹੀ ਨਹੀਂ ਹੈ। ਜੇ ਰਿਪੇਅਰ ਕਰਨਾ ਵੀ ਹੈ ਤਾਂ ਧਰਤੀ ਤੋਂ ਸਪੈਸ਼ਲ ਇੱਕ ਬੰਦਾ ਭੇਜਣਾ ਪਵੇਗਾ, ਲਾਂਚ ਕਰਨਾ ਪਵੇਗਾ ਰਾਕਟ ਤੋਂ, ਔਰ ਰਾਕਟ ਸਪੇਸਸ਼ਿਪ ਲਾਂਚ ਕਰਨਾ ਪਵੇਗਾ, ਜਿੱਥੇ ਬੰਦਾ ਉੱਥੇ ਜਾਊਗਾ, ਫਿਰ ਉਹ ਸਪੇਸ ਵਾਕ ਕਰੇਗਾ, ਫਿਰ ਉਹਨੂੰ ਰਿਪੇਅਰ ਕਰੇਗਾ, ਪਤਾ ਨਹੀਂ ਰਿਪੇਅਰ ਹੁੰਦੀ ਵੀ ਕਿ ਨਹੀਂ। ਉਹਨਾਂ ਸਸਤਾ ਤਾਂ ਫਿਰ ਕੀ ਪੈਣਾ ਕਿ ਨਵੀਂ ਸੈਟੇਲਾਈਟ ਹੀ ਲਾਂਚ ਕਰਨੀ ਸਸਤੀ ਪੈ ਜਾਂਦੀ ਹੈ। ਠੀਕ ਹੈ, ਇਸ ਲਈ ਸੈਟੇਲਾਈਟ ਕਮਿਊਨੀਕੇਸ਼ਨ ਦਾ ਇਹ ਬਹੁਤ ਵੱਡਾ ਡਰਾਬੈਕ ਹੈ ਕਿ ਰਿਪੇਅਰ ਜਿਹੜੀ ਹੈਗੀ, ਨਾਟ ਈਜ਼ੀ ਟੂ ਰਿਪੇਅਰ ਐਂਡ ਮੇਨਟੇਨ, ਮੇਨਟੇਨੈਂਸ ਉਹਦੀ ਈਜ਼ੀ ਨਹੀਂ ਹੈਗੀ, ਨਾ ਹੀ ਰਿਪੇਅਰ ਈਜ਼ੀ ਹੈ। ਕੁਝ ਸਰਕਮਸਟੈਂਸਿਸ ਦੇ ਵਿੱਚ ਵੈਦਰ ਔਰ ਸਨ ਸਪੋਰਟਸ ਇਫੈਕਟ ਦਾ ਸੈਟੇਲਾਈਟ ਕਮਿਊਨੀਕੇਸ਼ਨ। ਤੁਹਾਨੂੰ ਵੀ ਪਤਾ ਹੈ ਕਿ ਜਦੋਂ ਤੁਸੀਂ ਡੀਟੀਐਚ ਅਗਰ ਜਿਨ੍ਹਾਂ ਦੇ ਘਰਾਂ ਵਿੱਚ ਲੱਗਿਆ ਹੋਇਆ ਹੈ, ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਐਰਰ ਆਉਣਾ ਸ਼ੁਰੂ ਹੋ ਜਾਂਦਾ, ਤੁਹਾਡਾ ਟੀਵੀ ਚੱਲਣਾ ਬੰਦ ਕਰ ਦਿੰਦਾ, ਤੁਹਾਨੂੰ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ ਕਿ ਪ੍ਰਸਾਰਣ ਜਿਹੜਾ ਹੈਗਾ ਆ, ਡਿਸ਼ ਕੇ ਆਗੇ ਕੋਈ ਅਵਰੋਧ ਹੈ, ਅਵਰੋਧ ਕੋ ਹਟਾਏ। ਕਿਉਂ? ਕਿਉਂਕਿ ਸੈਟੇਲਾਈਟ ਹੁੰਦਾ ਕਿ ਇਸ ਕੇਸ ਦੇ ਵਿੱਚ ਇਹ ਤੁਹਾਡਾ ਘਰ ਹੈ, ਠੀਕ ਹੈ, ਇਹ ਘਰ ਦੇ ਉੱਤੇ ਤੁਹਾਡੀ ਡਿਸ਼ ਲੱਗੀ ਹੈ, ਇਹ ਸੈਟੇਲਾਈਟ ਹੈ। ਇੱਥੇ ਕੀ ਹੁੰਦਾ, ਜਦੋਂ ਬੱਦਲ ਬਹੁਤ ਜ਼ਿਆਦਾ ਹੋ ਜਾਂਦਾ ਹੈ, ਬੱਦਲ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਦੋਂ ਸੈਟੇਲਾਈਟ ਜਿਹੜਾ ਸਿਗਨਲ ਆਉਂਦਾ ਹੈ ਉਹ ਥੱਲੇ ਨਹੀਂ ਹੋ ਪਾਉਂਦਾ, ਉਹ ਰਿਫਲੈਕਟ ਹੋ ਕੇ ਵਾਪਸ ਜਾਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਤੇ ਤੁਹਾਡੀ ਇੱਥੇ ਡਿਸ਼ ਹੈ ਉਹਨੂੰ ਸਿਗਨਲ ਹੀ ਨਹੀਂ ਮਿਲ ਪਾਉਂਦਾ। ਇਸ ਕਰਕੇ ਜਿਹੜੀ ਬੈਡ ਵੈਦਰ ਹੈ, ਠੀਕ ਹੈ, ਬੈਡ ਵੈਦਰ ਹੈ, ਉਹ ਕੀ ਕਰਦਾ? ਸੈਟੇਲਾਈਟ ਕਮਿਊਨੀਕੇਸ਼ਨ ਨੂੰ ਇਫੈਕਟ ਕਰਦਾ। ਕਿਉਂਕਿ ਹੁਣ ਦੇਖੋ ਸੈਟੇਲਾਈਟ ਕਮਿਊਨੀਕੇਸ਼ਨ, ਸੈਟੇਲਾਈਟ ਜਿਹੜੀ ਛੱਡੀ ਹੈ ਉਹਨੂੰ ਆਪਾਂ ਇਦਾਂ ਨਹੀਂ, ਟਾਵਰ ਤਾਂ ਲੱਗੇ ਹੋ, ਟਾਵਰ ਬਸ ਲਗਾਤਾ, ਕੋਈ ਉਹਨੂੰ ਉੱਥੇ ਕੋਈ ਬੰਦਾ ਤਾਂ ਨਾ ਬਿਠਾਈਦਾ ਆਪਾਂ ਟਾਵਰ ਤੇ ਕਿ ਉਹਦੀ ਮੇਨਟੇਨੈਂਸ ਲਈ ਜਾਂ ਉਹਨੂੰ ਵਰਕਿੰਗ ਨੂੰ ਕੰਟਰੋਲ ਕਰਨ ਲਈ। ਪਰ ਜਿਹੜੀ ਸੈਟੇਲਾਈਟ ਕਮਿਊਨੀਕੇਸ਼ਨ ਹੈ ਉਹਨੂੰ ਹਮੇਸ਼ਾ, ਜਿਹੜਾ ਸੈਟੇਲਾਈਟ ਹੈ ਉਹਨੂੰ ਮੋਨੀਟਰਿੰਗ ਜ਼ਰੂਰੀ ਹੈ, ਤਾਂ ਕਿ ਜਿਹੜਾ ਸੈਟੇਲਾਈਟ ਆਪਣੇ ਔਰਬਿਟ ਵਿੱਚ ਦੇ ਵਿੱਚ ਘੁੰਮਦਾ ਰਹੇ, ਇਦਾਂ ਨਾ ਹੋਵੇ ਕਿ ਆਪਣੇ ਔਰਬਿਟ ਤੋਂ ਹੀ ਬਾਹਰ ਆ ਜਾਵੇ। ਕਲੀਅਰ ਹੈ? ਨੈਕਸਟ ਹੈ ਜੀ, difference between geostationary, geosynchronous and polar satellites। ਠੀਕ ਹੈ, ਮੇਨ ਦੇਖੋ ਜਿਹੜਾ ਮੇਨ ਤੁਹਾਨੂੰ ਇਹਦਾ ਚਲੋ ਪਤਾ ਹੀ ਹੈ, ਸਾਨੂੰ ਪਤਾ ਦੇਖੋ ਆ ਸਾਡੀ ਅਰਥ ਹੈ, ਠੀਕ ਹੈ, ਇਹ ਜਿਹੜੀ ਇਕੁਏਟਰ ਦੇ ਆਸੇ-ਪਾਸੇ ਸੈਟੇਲਾਈਟ ਘੁੰਮਦੀਆਂ ਇਹ ਵਾਲੀਆਂ, ਜੋ ਇੱਦਾਂ ਚੱਕਰ ਲਗਾਉਂਦੀਆਂ, ਉਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ, ਉਹਨੂੰ ਕਹਿ ਦਿੰਦੇ ਆ ਆਪਾਂ ਜੀਓ ਸਟੇਸ਼ਨਰੀ ਸੈਟੇਲਾਈਟ, ਜਿਹੜੀ ਇਕੁਏਟਰ ਦੇ ਆਸੇ-ਪਾਸੇ ਲੱਗਦੀਆਂ, ਠੀਕ ਹੈ। ਜਿਹੜੀਆਂ ਸੈਟੇਲਾਈਟ ਪੋਲਸ ਦੇ ਉੱਤੇ, ਨਾਰਥ ਤੇ ਸਾਊਥ ਪੋਲ ਦੇ ਉੱਤੇ ਚੱਕਰ ਲਗਾਉਂਦੀਆਂ, ਉਹਨੂੰ ਕਹਿ ਦਿੰਦੇ ਨੇ ਪੋਲਰ ਸੈਟੇਲਾਈਟ। ਹੁਣ ਇੱਕ ਸੈਟੇਲਾਈਟ ਹੋਰ ਹੈ, ਜਿਹੜੀਆਂ ਹੈ ਤਾਂ ਦੇਖੋ ਧਰਤੀ ਤੋਂ 36,000 ਕਿਲੋਮੀਟਰ ਦੀ ਦੂਰ, ਪਰ ਉਹ ਇਕੁਏਟਰ ਦੇ ਆਸੇ-ਪਾਸੇ ਚੱਕਰ ਨਾ ਲਗਾ ਕੇ ਉਹ ਕੀ ਕਰਦੀਆਂ, ਇੱਕ ਐਂਗਲ ਉੱਤੇ ਐਂਗਲ ਬਣਾ ਕੇ ਧਰਤੀ ਦੀਆਂ, ਇਦਾਂ ਇੱਕ ਐਂਗਲ ਉੱਤੇ ਧਰਤੀ ਦੇ ਆਸੇ-ਪਾਸੇ ਚੱਕਰ ਲਗਾਉਂਦੀਆਂ, ਠੀਕ ਹੈ। ਆ ਇਕੁਏਟਰ ਹੈ, ਉਹ ਇਕੁਏਟਰ ਦੇ ਆਸੇ-ਪਾਸੇ ਚੱਕਰ ਨਾਲ ਲਗਾ ਕੇ ਐਂਗਲ ਉੱਤੇ ਚੱਕਰ ਲਗਾਉਂਦੀਆਂ ਨੇ, ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਜੀਓ ਸਿੰਕਰੋਨਸ। ਇਹਨਾਂ ਨੂੰ ਕਹਿ ਦਿੱਤਾ ਜਾਂਦਾ ਜੀਓ ਸਿੰਕਰੋਨਸ। ਮੈਂ ਵੀ ਦੁਬਾਰਾ ਬਣਾ ਦਿੰਦਾ, ਠੀਕ ਹੈ, ਇਹ ਵੀ ਧਰਤੀ ਜੇ ਤਾਂ ਉਹ ਪੋਲਸ ਦੇ ਆਸੇ-ਪਾਸੇ ਚੱਕਰ ਲਗਾ ਰਹੀਆਂ ਇਦਾਂ, ਠੀਕ ਹੈ, ਇਹਨੂੰ ਕਹਿ ਦਾਂਗੇ ਜੀ ਪੋਲਰਸ, ਪੋਲਰ ਸੈਟੇਲਾਈਟਸ, ਪੋਲਰ ਸੈਟੇਲਾਈਟ। ਜੇ ਉਹ ਧਰਤੀ ਦੇ ਆਸੇ-ਪਾਸੇ, ਇਕੁਏਟਰ ਦੇ ਆਸੇ-ਪਾਸੇ 36,000 ਕਿਲੋਮੀਟਰ ਦੂਰ ਚੱਕਰ ਲਗਾ ਰਹੀਆਂ, ਤੇ ਇਹਨੂੰ ਕਹਿ ਦਾਂਗੇ ਜੀਓ ਸਟੇਸ਼ਨਰੀ ਸੈਟੇਲਾਈਟ। ਕਲੀਅਰ ਹੋਇਆ?
36,000 किलोमीटर दूर धरती के आसे पासे जियो इक्वेटर के आसे पासे जियो स्टेशनरी। 36,000 किलोमीटर दूर एक एंगल ਤੇ ਚੱਕਰ ਲਗਾ ਰਹੀ ਹੈ ਇਕੁਏਟਰ ਦੇ ਜੀਓ ਸਿੰਕਰੋਨਸ। ਜੇ ਨਾਰਥ ਤੇ ਸਾਊਥ ਪੋਲ ਤੇ ਚੱਕਰ ਲਗਾ ਰਹੀ ਤਾਂ ਪੋਲਰ। ਠੀਕ ਹੈ, ਆ ਸੀਗੇ ਆਰਬਿਟ ਇਜ਼ ਸਰਕੂਲਰ। ਆ ਦੇਖੋ ਇਹਦਾ ਜਿਹੜਾ ਆਰਬਿਟ ਹੈ ਸਰਕੂਲਰ ਹੋਵੇਗਾ। ਆਰਬਿਟ ਇਜ਼ ਨਾਟ ਸਰਕੂਲਰ। ਜੀਓ ਸਿੰਕਰੋਨਸ ਦਾ ਵੀ ਜਿਹੜਾ ਆਰਬਿਟ ਹੈ ਸਰਕੂਲਰ ਨਹੀਂ ਹੈਗਾ, ਜੀਓ ਤੇ ਪੋਲਰ ਦਾ ਵਿੱਚ ਵੀ ਨਹੀਂ ਹੈਗਾ। ਆ ਜਿਹੜਾ ਮੇਨ ਫਰਕ ਹੈ, ਬਾਕੀ ਤੁਸੀਂ ਦੇਖ ਹੀ ਲਿਓ, ਆਸਾਨ ਹੀ ਨੇ ਕਿ ਜਿਹੜਾ ਐਂਗਲ ਹੈ ਇਨਕਲੇਸ਼ਨ ਟੂ ਇਕੁਏਟਰ ਇਜ਼ ਜ਼ੀਰੋ। ਆ ਇਕੁਏਟਰ ਹੈ, ਇਕੁਏਟਰ ਦੇ ਆਸੇ ਪਾਸੇ ਚੱਕਰ ਲਗਾ ਰਹੀ, ਐਂਗਲ ਕੀ ਹੈ ਜ਼ੀਰੋ। ਇਨਕਲੇਸ਼ਨ ਟੂ ਇਕੁਏਟਰ ਇਜ਼ ਨਾਟ ਜ਼ੀਰੋ। ਆ ਕਿਸੇ ਐਂਗਲ ਤੇ ਚੱਕਰ ਲਗਾ ਰਹੀ ਹੈ ਦੇਖੋ। ਠੀਕ ਹੈ, ਅਗਰ ਇਹ ਸਾਡਾ ਇਕੁਏਟਰ ਹੈ, ਠੀਕ ਹੈ, ਤੇ ਜੀਓ ਸਿੰਕਰੋਨਸ ਸਟੇਸ਼ਨਰੀ ਦੇ ਆਸੇ ਪਾਸੇ ਚੱਕਰ ਲਗਾ ਰਹੀ, ਉਹਦਾ ਐਂਗਲ ਜ਼ੀਰੋ ਹੋ ਗਿਆ। ਪਰ ਜਿਹੜੀ ਆ ਹੈਗੀ ਹੈ ਜੀਓ ਸਿੰਕਰੋਨਸ, ਆ ਇੱਕ ਐਂਗਲ ਤੇ ਚੱਕਰ ਲਗਾ ਰਹੀ ਹੈ। ਠੀਕ ਹੈ, ਜਿਹੜੀ ਪੋਲਰ ਹੈ ਉਹ ਵੀ ਇੱਕ ਐਂਗਲ ਉੱਤੇ ਚੱਕਰ ਲਗਾ ਰਹੀ ਹੈ। ਠੀਕ ਹੈ, ਇਨਕਲੇਸ਼ਨ ਟੂ ਇਕੁਏਟਰ ਇਜ਼ ਨਾਟ ਜ਼ੀਰੋ। ਇੱਥੇ ਕਹਿ ਦੋਗੇ ਇਨਕਲੇਸ਼ਨ ਟੂ ਇਕੁਏਟਰ ਇਜ਼ ਜ਼ੀਰੋ। ਆ ਫਰਕ ਹੈ ਮੇਨ ਜੀਓ ਸਟੇਸ਼ਨਰੀ ਤੇ ਜੀਓ। ਬਾਕੀ ਉਹੀ ਹੈ ਕਿ ਦ ਐਂਗੂਲਰ ਵੈਲੋਸਿਟੀ ਆਫ ਦ ਸੈਟੇਲਾਈਟ ਇਜ਼ ਇਕੁਅਲ ਟੂ ਦ ਐਂਗੂਲਰ ਵੈਲੋਸਿਟੀ ਆਫ ਅਰਥ। ਜਿੰਨਾ ਟਾਈਮ ਧਰਤੀ ਆ ਆਪਣੇ ਇੱਕ ਆਸੇ ਪਾਸੇ ਚੱਕਰ ਲਗਾਉਂਦੀ, ਉਹਨਾਂ ਟਾਈਮ ਜੀਓ ਸਟੇਸ਼ਨਰੀ ਨੂੰ ਲੱਗਦਾ, ਉਹਨਾਂ ਟਾਈਮ ਜੀਓ ਸਿੰਕਰੋਨਸ ਨੂੰ ਲੱਗਦਾ। ਪੋਲਰ ਦੇ ਵਿੱਚ ਇਦਾਂ ਨਹੀਂ ਹੁੰਦਾ। ਠੀਕ ਹੈ, ਇਹ ਜਿਹੜੀ ਸੈਟੇਲਾਈਟ ਹੈ ਸਟੇਸ਼ਨਰੀ ਅਪੀਅਰ ਹੁੰਦੀ ਅਰਥ ਤੋਂ, ਇਹ ਨਹੀਂ ਸਟੇਸ਼ਨਰੀ ਅਪੀਅਰ ਹੁੰਦੀ, ਇਹ ਵੀ ਸਟੇਸ਼ਨਰੀ ਅਪੀਅਰ ਨਹੀਂ ਹੁੰਦੀ। ਇਹਦਾ ਡਿਸਟੈਂਸ ਕਿੰਨਾ ਹੈ? 20,000 ਤੋਂ 36,000 ਕਿਲੋਮੀਟਰ। 36,000 ਕਿਲੋਮੀਟਰ। ਇਹ ਜਿਹੜੀ ਪੋਲਰ ਵਿੱਚ ਉਹਦਾ ਧਰਤੀ ਤੋਂ ਸੈਟਲ ਜਿਹੜਾ ਡਿਸਟੈਂਸ ਹੈ ਉਹ 500 ਤੋਂ 800 ਕਿਲੋਮੀਟਰ ਹੀ ਹੁੰਦਾ ਹੈ। ਕਲੀਅਰ ਹੈ? ਸੋ ਇਸ ਦੇ ਨਾਲ ਹੀ ਆਪਣਾ ਜਿਹੜਾ ਚੈਪਟਰ ਹੈ ਫਸਟ ਚੈਪਟਰ ਸੈਟੇਲਾਈਟ ਕਮਿਊਨੀਕੇਸ਼ਨ ਕਨਕਲੂਡ ਹੁੰਦਾ ਨੇ। ਇਹ 'ਚ ਦੇਖੋ ਜਿਹੜਾ ਮੇਨ ਸਭ ਤੋਂ ਈਜ਼ੀ ਚੈਪਟਰ ਹੈ ਤੁਹਾਡੇ ਇਸ ਕੋਰਸ ਦਾ, ਤੋ ਇਹਨੂੰ ਸਟੱਡੀ ਕਰੋ। ਜੇ ਕੁਝ ਡਾਊਟ ਆਉਂਦਾ ਤਾਂ ਤੁਸੀਂ ਮੈਨੂੰ ਬਾਅਦ ਦੇ ਵਿੱਚ ਪੁੱਛ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ।